ਕੀਰਤਨ ਕਰ ਰਹੇ ਸਨ ਤੇ ਜ਼ਿਕਰ ਸਤਿਗੁਰਾਂ ਦੀ ਬੱਚੀਆਂ ਦੇ। ਤੇ ਇਹ ਸਮਝਦੇ ਹਾਂ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਉਹਨਾਂ ਦੇ ਦਰਸ਼ਨ ਕਰਨੇ ਦਾ ਮੌਕਾ ਮਿਲਿਆ, ਕਿਉਂਕਿ ਧਰੋਪਤੀ ਮਾਤਾ ਜੀ ਜਿਹੜਾ ਜ਼ਿਕਰ ਕੀਤਾ ਅੰਤਿਮ ਸਮੇਂ ਦਾ, ਸਭ ਮਹਾਰਾਜ ਹੁਣੀ ਘਰੋਂ ਸਭ ਬੱਚਿਆਂ ਨੂੰ ਲੈ ਕੇ ਆ ਗਏ ਸਨ। ਜਦ ਕਿ ਗੁਰਪੁਰਬ ਸੀ ਤਾਂ ਵੀ ਕਹਿਣ ਲੱਗੇ ਨਹੀਂ ਦਰਸ਼ਨ ਕਰਨੇ ਨੇ। ਤੇ ਦਾਸ ਨੂੰ ਵੀ ਯਾਦ ਹੈ ਚੰਗੀ ਤਰ੍ਹਾਂ ਉਸ ਪ੍ਰੋਗਰਾਮ ਵਿੱਚ ਇੱਧਰ ਫਿਰ ਆਏ ਵੀ, ਫਿਰ ਕਹਿੰਦੇ ਦਿੱਲੀ ਜਾ ਕੇ ਪ੍ਰੋਗਰਾਮ ਸੰਭਾਲਣਾ ਵੀ ਹੈ। ਉਸ ਪ੍ਰੋਗਰਾਮ ਨੂੰ ਕਿਉਂਕਿ ਇਹਨਾਂ ਬੀਵੀਆਂ ਨੇ ਆ ਕੇ ਮੋਤੀ ਨਗਰ ਕਈ ਦਿਨ ਰਹਿਣਾ ਤੇ ਮਾਈ ਗੁਰੀ ਜੀ ਦਾ ਜ਼ਿਕਰ, ਮਾਈ ਧਰੋਪਤੀ ਜੀ ਦਾ ਜ਼ਿਕਰ, ਮਾਈ ਗੁਰੀ ਜੀ ਗੁਰਪੁਰਬ 'ਤੇ ਜਦੋਂ ਆਉਂਦੇ ਸਨ ਤੇ ਵੀ ਕੁਝ ਚਿਰ ਪਹਿਲੇ ਆ ਜਾਂਦੇ ਸਨ। ਇਹਨਾਂ ਬੀਬੀਆਂ ਨੇ ਜਦੋਂ ਗੁਰਪੁਰਬ 'ਤੇ ਆਉਣਾ ਤੇ ਸਾਹਿਬ ਮਹਾਰਾਜ ਉਹਨਾਂ ਨੇ ਆਪ ਇਹਨਾਂ ਅੱਗੇ ਝੁਕ ਜਾਣਾ ਤੇ ਸਾਡੇ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਬੁਲਾ ਲੈਣਾ, ਸਾਰੇ ਬੱਚਿਆਂ ਨੂੰ ਬੁਲਾ ਲੈਣਾ, ਕਹਿਣਾ ਇਹਨਾਂ ਕੋਲੋਂ ਆਸ਼ੀਰਵਾਦ ਲਓ। ਤੇ ਮਾਤਾ ਜੀ ਨੂੰ ਕਹਿੰਦੇ ਤੁਸੀਂ ਸਿਰ 'ਤੇ ਹੱਥ ਰੱਖੋ ਇਹਨਾਂ ਦੇ। ਤੇ ਸਾਹਿਬ ਮਹਾਰਾਜ ਉਹਨਾਂ ਨੂੰ ਕਵਨ ਕਿ ਜੀ, ਔਰ ਆਪ ਵੀ ਸਾਹਿਬ ਮਹਾਰਾਜ ਹੋਣੀ ਇਹ ਨਹੀਂ ਕਿ ਸਾਨੂੰ ਕਹਿੰਦੇ ਸਨ, ਆਪ ਵੀ ਝੁਕਦੇ ਸਨ। ਤੇ ਉਹ ਵਿਚਾਰੀਆਂ ਅੰਦਰੋਂ ਕਹਿਣ ਲੱਗੀ ਜੀ ਆਪ ਜੀ ਕੀ ਕਰਦੇ ਹੋ ਸਾਨੂੰ ਨਹੀਂ ਪਤਾ, ਲੇਕਿਨ ਉਹ ਕਹਿੰਦੇ ਸਨ ਨਹੀਂ ਅਸੀਂ ਤੁਹਾਡੇ ਬੱਚੇ ਹਾਂ, ਸਾਡੇ ਸਿਰ 'ਤੇ ਹੱਥ ਰੱਖੋ, ਕਿਉਂਕਿ ਸਤਿਗੁਰਾਂ ਦੀਆਂ ਬੱਚੀਆਂ ਸਨ। ਮਾਈ ਨਿੱਕੀ ਜੀ ਦੇ ਹਾਪੜ ਬੜੇ ਖੁੱਲ੍ਹੇ ਦਰਸ਼ਨ ਕੀਤੇ, ਮਾਈ ਗੁਰੀ ਜੀ, ਮਾਈ ਧਰੋਪਤੀ ਜੀ, ਚੌਥੀ ਮਾਈ ਸੁੱਧੀ ਜੀ, ਇਹ 4 ਬੱਚੀਆਂ ਗੁਰੂ ਦੀ। ਅਤੇ ਤੁਸੀਂ ਇਹ ਵੇਖੋ ਕਿ ਇਹਨਾਂ ਦਾ ਜਦੋਂ ਇਤਿਹਾਸ ਆਉਂਦਾ ਹੈ ਨਾ, ਅਤੇ ਇਤਿਹਾਸ ਵਿੱਚ ਇਹੀ ਹੈ ਕਿ ਆਪਣੇ ਮਾਲਕ ਤੋਂ ਸਤਿਗੁਰਾਂ ਤੋਂ ਵਿਖੀਆਂ ਹੋਈਆਂ ਸਨ। ਇਹ ਜਿਹੜਾ ਪਲੰਗ ਸਾਹਿਬ ਆਪ ਜੀ ਨੂੰ ਮਿਲਿਆ ਹੈ ਨਾ, ਇਹ ਪਹਿਲੀ ਨਿਗਾਹ ਇਹਨਾਂ ਬੀਬੀਆਂ ਕੋਲ ਹੀ ਸੀ। ਪਲੰਗ ਸਾਹਿਬ ਜਿਹੜੇ ਦਰਸ਼ਨ ਕਰਦੇ ਹੋ, ਕਿਉਂਕਿ ਜਦੋਂ ਸਾਹਿਬ ਮਹਾਰਾਜ ਉਹਨਾਂ ਨੇ ਚਲਾਣਾ ਕੀਤਾ ਅਤੇ ਸਤਿਗੁਰ ਸੰਗਤਾ ਸਾਹਿਬ ਜੀ ਦਾ ਪਲੰਗ ਸਾਹਿਬ ਮੌਜੂਦ ਸੀ। ਅਤੇ ਸਾਹਿਬ ਮਹਾਰਾਜ ਹੁਣੀ ਵੀ ਇਹੀ ਕਹਿੰਦੇ ਸਨ ਕਿ ਸਤਿਗੁਰ ਸੰਗਤਾ ਸਾਹਿਬ ਜੀ ਦਾ ਪਲੰਗ ਸਾਹਿਬ ਹੈ, ਇਹਦੇ ਅੱਗੇ ਅਸੀਂ ਮੱਥਾ ਟੇਕੀਏ, ਮਾਲਕਾਂ ਦਾ ਤਖਤ ਹੈ। ਅਤੇ ਉਸ ਅੱਗੇ ਹੀ ਟੇਕਿਆ ਜਾਂਦਾ ਸੀ। ਲੇਕਿਨ ਜਦੋਂ ਇਹ ਸਮਾਂ ਆਇਆ, ਜਿਸ ਤਰ੍ਹਾਂ ਕਹਿੰਦੇ ਨਾ ਘਰਾਂ 'ਚ ਰੀਤ ਬਣੀ ਹੁੰਦੀ ਹੈ ਵੀ ਕੋਈ ਗੁਜ਼ਰ ਜਾਂਦਾ ਹੈ ਤਾਂ ਮੰਜੀ ਕੱਢ ਕੇ ਬਾਹਰ ਰੱਖ ਦਿਓ, ਉਸ ਦੀ ਮੰਜੀ ਕੱਢ ਕੇ ਬਾਹਰ ਰੱਖ ਦਿਓ। ਅਤੇ ਸਾਹਿਬ ਮਹਾਰਾਜ ਉਹਨਾਂ ਦਾ ਪਲੰਗ ਕਹਿੰਦੇ ਬੈਠਕ ਵਿੱਚ ਲੱਗਿਆ ਸੀ, ਬੈਠਕ ਵਿੱਚ ਲੱਗਿਆ ਸੀ। ਅਤੇ ਜਦੋਂ ਠਾਕਰ ਪਰਿਵਾਰ ਦੇ ਵੱਡੇ ਜਿਹੜੇ ਸਨ, ਕਿਉਂਕਿ ਨਾਲ ਆਗੂ ਸਨ ਉਸ ਟਾਈਮ ਦੇ, ਬਜ਼ੁਰਗ ਵੀ ਸਨ, ਉਨੀ ਅੱਗੇ ਜਦੋਂ ਹੋਏ ਅਤੇ ਪਲੰਗ ਸਾਹਿਬ ਨੂੰ ਉਹਨਾਂ ਨੇ ਤਾਂ ਪਲੰਗ ਹੀ ਕਹਿਣਾ ਸੀ, ਪਲੰਗ ਨੂੰ ਚੁੱਕ ਕੇ ਜਦੋਂ ਬਾਹਰ ਕੱਢਣੇ ਦੀ ਕੋਸ਼ਿਸ਼ ਕੀਤੀ ਨਾ, ਅਤੇ ਇਹ ਬੀਬੀਆਂ ਉਸ ਟਾਈਮ ਉੱਥੇ ਖਲੋ ਗਈਆਂ, ਕਹਿੰਦੇ ਖਬਰਦਾਰ ਇਹਨੂੰ ਹੱਥ ਨਾ ਲਾਉਣਾ। ਅਤੇ ਉਸ ਟਾਈਮ ਥੋੜ੍ਹੀ ਜਿਹੀ ਕੀ ਗੱਲਬਾਤ ਹੋਈ, ਕੋਈ ਜ਼ਿਆਦਾ ਉਹ ਨਹੀਂ ਵਿਸ਼ੇਸ਼ ਮੈਨੂੰ ਨਹੀਂ ਪਤਾ, ਲੇਕਿਨ ਜੋ ਜਿਤਨੀ ਗੱਲ ਸੁਣਨੇ 'ਚ ਆਉਂਦੀ ਸੀ ਵੱਡਿਆਂ ਵੱਲੋਂ, ਅਤੇ ਮਾਤਾ ਸਰੂਪ ਕੌਰ ਜੀ ਖੜ੍ਹੇ ਹੋ ਗਏ 2 ਹੱਥ ਜੋੜ ਕੇ, ਕਿਉਂਕਿ ਸਾਰੇ ਇਹਨਾਂ ਦੇ ਪਿਤਾ ਜੀ ਵੀ ਸਨ, ਚਾਚੇ ਤਾਊ ਵੀ ਸਨ, ਠਾਕਰ ਪਰਿਵਾਰ ਜਿਹੜਾ ਸੀ ਦਾਰ ਜੀ, ਇਹਨਾਂ ਬੀਬੀਆਂ ਦੇ ਅੱਗੇ ਨਾ ਆਉਣਾ। ਇਹਨਾਂ ਦੇ ਮੂੰਹ 'ਚੋਂ ਕੁਝ ਵੀ ਨਿਕਲ ਗਿਆ ਅਤੇ ਫਿਰ ਉਹਦੀ ਕਾਟ ਨਹੀਂ ਹੈ।
तो बीबिया ने कहा ये जिहड़ा पलंग साहब है ये पलंग नहीं है, हुण पलंग साहब है। ये दर्जा उस दिन दिता गया, ये पलंग साहब है। तो इनू हथ ना लाना, हुण साडे मरने जीने का जिहड़ा सहारा हैगा यही हैगा। तो उस दिन तो फिर इस नू पूजने की मतलब कि शुरू होया। फिर वो जितना समा भी रहा बाद जिस तरह पार्टीशन जल्दी ही हो गया, लेकिन संभाल आप जानते हो फिर माता राम कौर जी का उपराला। उस टाइम तो उन्होंने कोई बड़े पुछते सी, बहुत थोड़ा टाइम पहले चाचा जी को मैं पूछा अपने, मैं क्या आप जी तो उस टाइम अच्छी उम्र दे सी ते पार्टीशन होया तो बहुत कुछ वेख्या, तो की लिया? कहते बच्चे साढ़े कोल कुछ भी नहीं सी। कहते जो पार्टीशन होया तो स्टेशन आप जी ने पता है कमलपुर का नाल होंदा सी। कहन लगे सारे असी इकट्ठे नहीं निकले, दादा जी साढ़े पिछे रह गए, दादी जी पिछे रह गए। कहते सानू कहते बच्चों बस जान बचाओ तो निकल जाओ, इस टाइम कुछ इत्थे रुकने का टाइम नहीं है। तो कहते मैं तो साहब महाराज होनी और माता स्वरूप कौर जी तो गड्डी घरों तैयार होके मतलब कि जो भी तैयारी का मतलब जो थोड़ा बहुत समान उन्हें लेता, तो मैं स्टेशन पर वैसे ही घूमदा आ गया कि चलो भी सारे जाते हुए ने, चलो स्टेशन तक चलिए वेख आइए कौन है। तो मैं स्टेशन पर पहुँचा तो साहब महाराज उन्होंने मैनू वेख लिता, कहते आ जा गड्डी चढ़ जा। गड्डी चढ़ जाई, मैं तो कुछ लैके नहीं आया तो ना किसी को कह के आया। कहते नहीं पिछे पता है बेजी नू दादी जी नू साड़ी पता है कि तुसी स्टेशन ते चले गए हो तो तुसी भी जा रहे हो, जबकि कहते मैं कह के नहीं आया सी, लेकिन उन्होंने कोल जो भी इतला सी कहते इत्थे आ गए। हुण इत्थे आ गए तो कपड़े कोई नहीं साढ़े कोल। दादा जी जो साढ़े आए तो उन्होंने कहने लगे हाथ कित्थे चुकीए, एक कपड़े उत्ते कपड़े, कपड़े उत्ते कपड़े, कहते दो तीन सलवारां उत्ते सलवारां, कमीज़ां उत्ते दो तीन कमीज़ां पा के ते कहते बस यही हैगा बच्चों ये लै लो। कहते बई एक जोड़े च मैं तो आया, कहते मैं त्रै पा के आया एक तू लै लै। कहते साड़ी शुरुआत जीवन की जिहड़ी नवीं हुई इस तरह हुई। तो दादी जी जदों उधरों निकले तो उधरों सिर्फ सतगुर बालक सिंह साहब जी का, सतगुर संगता साहब जी का इतिहास जिस अज आप सरवण करते हो। क्योंकि कहते ना इतिहासकारा ने ये कहा, कहते कौम वही जिंदी है जिदा इतिहास है, जिदा इतिहास नहीं हो तो गई कित्थे गई, खत्म हो गई। जिन्हों का इतिहास नहीं वो खत्म हो गए। ये सानू जिंदा रखने वास्ते इस गल नूं समझना। साढ़े असी अज अगर जिंदा हाँ तो कह सकते हैं कि असी किस दे सारे, अगर ये इतिहास ना होंदा। ठीक है वड्डिया ने सुनिया सन करिया सन कितनिया चीज़ां साढ़े कोल मेरे ख्याल कुछ भी नहीं आना सी। ये पोथी साहब आईयां उधरों नाल पलंग साहब भी आए, तो ये संभाल जिहड़ी साडे झोली च पई ये सतगुरां दी किरपा हुई। जे अज असी अपने वड्डियां दियां जिथे जिक्र किया उन्होंने अपनिया मातावां दा, माता राम कौर जी के बराबर ही दर्जा दिता सी ना कि मेरिया बच्चियां, तो माता राम कौर जी ने साढ़े ते कृपा की। तो उस टाइम मिलटरी वालिया ने कह दिता कि वो माई कोई कीमती समान चुक लै, कोई कीमती समान चुक लै, ये तेरे काम नहीं आना। ये की उन्होंने की पता सी कि ये की चीज़ है, उन्हें तो साधारण तौर कह दिता ये लकड़ा सिर ते लद के की करेंगी। पलंग साहब नूं खोलिया जदों बंधिया गया, कहने ये लकड़ा लैके जा रही है तू। वो जिहड़ी गल हो रही सी ना कि मरना जीना, वो आप मातावां ने
ਇਹ ਪਲੰਗ ਸਾਹਿਬ ਸਾਨੂੰ ਦਿਵਾਇਆ ਅਤੇ ਉਸ ਤੋਂ ਬਾਅਦ ਸਾਨੂੰ ਜਿਵਾ ਗਏ। ਔਰ ਅੱਜ ਤੱਕ ਅਸੀਂ ਜੀ ਰਹੇ ਹਾਂ ਅਤੇ ਉਸ ਪਲੰਗ ਸਾਹਿਬ ਦੇ ਸਾਰੇ, ਉਸ ਗੁਰੂ ਇਤਿਹਾਸ ਦੇ ਸਾਰੇ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਕਿ ਸਾਨੂੰ ਪਤਾ ਹੋਵੇ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ, ਅਸੀਂ ਕਿਹੜੇ ਰਸਤੇ 'ਤੇ ਚੱਲਣਾ ਹੈ। ਇਹ ਜਿਹੜੇ ਕਹਿੰਦੇ ਨਾ ਲਿਖੇ ਹੁੰਦੀਆਂ ਰਸਤਾ ਬਣਦਾ, ਪੜ੍ਹਾਈ ਜੇ ਆਦਮੀ ਕਰਦਾ, ਪੜ੍ਹਾਈ ਕਰਦਾ ਅਤੇ ਅੱਗੇ ਵੱਧਦਾ। ਇਹ ਪੜ੍ਹਾਈ ਸਾਨੂੰ ਅਗਰ ਮਿਲੀ ਹੈ ਤਾਂ ਅੱਗੇ ਵੱਧ ਰਿਹਾ ਅਸੀਂ। ਇਹ ਬਰਕਤਾਂ ਸਾਰੀਆਂ ਵੱਡਿਆਂ ਦੀਆਂ, ਇਹ ਪਰਉਪਕਾਰ ਸਾਡੇ ਵੱਡਿਆਂ ਦੇ, ਅਤੇ ਅਸੀਂ ਉਹਨਾਂ ਦੇ ਰਿਣੀ ਕੀ ਆ। ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ ਨਾ, ਉਹ ਵੀ ਰਿਣੀ ਰਹਿਣਗੀਆਂ, ਕਿਉਂਕਿ ਇਹ ਤਾਂ ਚੀਜ਼ ਜਿਹੜੀ ਹੁਣ ਸਦਾ ਵਾਸਤੇ ਤੁਹਾਡੇ ਕੋਲ ਆ ਗਈ। ਸਿਰਫ ਸਾਡਾ ਹੈ ਕਿ ਅਸੀਂ ਇਸ ਚੀਜ਼ ਨੂੰ, ਇਹਦੀ ਕਦਰ ਕਰੀਏ, ਇਹਦਾ ਮੁੱਲ ਪਾਈਏ, ਇਹਨੂੰ ਸਮਝੀਏ ਇਹ ਕੀ ਹੈ। ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਸੀ, ਦਿੱਲੀ ਕੋਈ ਆ ਜਾਵੇ ਸਾਹਿਬ ਮਹਾਰਾਜ ਉਹਨਾਂ ਕੋਲ ਕਿ ਮੇਰੇ 'ਤੇ ਔਕੜ ਆ ਗਈ ਹੈ, ਅਤੇ ਫਿਰ ਉਹ ਇੱਕੋ ਹੀ ਗੱਲ ਕਹਿੰਦੇ ਸਨ, ਔਕੜ ਆ ਗਈ ਹੈ, ਜਾ ਖਾਪੜ ਪਲੰਗ ਸਾਹਿਬ ਹੈ ਨਾ, ਜਾ ਕੇ ਅਰਦਾਸ ਕਰ, ਮਾਲਕ ਅੱਗੇ ਜੋਦੜੀ ਕਰ, ਵੇਖ ਤੇਰੇ ਕੰਮ ਪੂਰੇ ਕਿਸ ਤਰ੍ਹਾਂ ਨਹੀਂ ਹੁੰਦੇ। ਇਹ ਸਾਖੀ ਆਪ ਜੀ ਨੂੰ ਹੋਣੀ ਬਤਰਾ ਜੀ ਨੇ ਸੁਣਾਈ, ਪ੍ਰਕਾਸ਼ ਲਾਲ ਜੀ ਕਲੂਰ ਕੋਟਲੇ ਵਾਲਿਆਂ ਦੀ। ਇਹਨਾਂ ਦੇ ਵੀ ਦਰਸ਼ਨ ਕੀਤੇ ਦਿੱਲੀ ਜਦੋਂ ਪੁੱਛੇ। ਸੁਦਰਸ਼ਨ ਪਾਰਕ ਆ ਕੇ ਸਾਡੇ ਕੋਲ ਕੁਝ ਸਮਾਂ ਰਹੇ। ਇਹਨਾਂ ਦੇ ਵੀ ਬਹੁਤ ਔਖਾ ਵੇਲਾ ਆਇਆ ਜਦੋਂ ਇੱਥੇ ਆ ਗਏ, ਦੁਕਾਨਾਂ ਮਿਲ ਗਈਆਂ। ਇਹਨਾਂ ਦਾ ਫੈਂਸੀ ਲਾਈਟ ਦਾ ਕੰਮ ਹੁੰਦਾ ਸੀ, ਅਤੇ ਕਿਸੇ ਜ਼ਮਾਨੇ ਅੰਦਰ ਫੈਂਸੀ ਲਾਈਟ ਜਿਹੜੀ ਹੈ ਪੰਚਕੂਈਆਂ ਰੋਡ ਦੇ ਉੱਤੇ ਹੀ ਸਿਰਫ ਦੁਕਾਨਾਂ ਹੁੰਦੀਆਂ ਸਨ, ਖੋਖਿਆਂ ਹੁੰਦੇ ਸਨ। ਇੱਕ ਪਾਸੇ ਫਰਨੀਚਰ ਦੀਆਂ ਦੁਕਾਨਾਂ ਸਨ, ਇੱਕ ਪਾਸੇ ਖੋਖੇ ਹੁੰਦੇ ਸਨ, ਔਰ ਉਹਨਾਂ ਖੋਖਿਆਂ ਦੇ ਅੰਦਰ ਸਿਰਫ ਫੈਂਸੀ ਲਾਈਟਾਂ ਹੀ ਵਿਕਦੀਆਂ ਸਨ। ਅਤੇ ਪੰਚਕੂਈਆਂ ਰੋਡ ਮਸ਼ਹੂਰ ਸੀ। ਇਹ ਜਿਹੜੀ ਪੁਰਾਣੀ ਗੱਲ ਕਰ ਰਹੇ ਹਾਂ, ਅੱਜ ਤਾਂ ਹਰ ਗਲੀ ਹਰ ਬਾਜ਼ਾਰ ਵਿੱਚ ਮਿਲ ਜਾਂਦੀਆਂ, ਤਾਂ ਨਹੀਂ ਮਿਲਦੀਆਂ ਸਨ। ਇਹ ਐਮਰਜੈਂਸੀ ਤੋਂ ਪਹਿਲੇ ਦੀ ਗੱਲ ਹੈ। ਜਦੋਂ ਐਮਰਜੈਂਸੀ ਲੱਗੀ ਨਾ, ਅਤੇ ਤਾਂ ਗੌਰਮੈਂਟ ਨੇ ਬੜੇ ਭਾਰੀ ਸਟੈਪ ਲੈਣੇ ਸ਼ੁਰੂ ਕੀਤੇ ਕਿ ਇਨਕਰੋਚਮੈਂਟ ਜਿੰਨੀਆਂ ਸੜਕ 'ਤੇ ਖੋਖੇ ਬਣੇ ਨੇ ਹਟਾ ਦੇਣੇ ਨੇ, ਕਰ ਦੇਣੇ ਨੇ। ਇਹਨਾਂ ਦੀ ਵੀ ਵਾਰੀ ਆ ਗਈ ਖੋਖਿਆਂ ਦੀ ਕਿ ਇਹ ਖੋਖੇ ਹਟ ਜਾਣੇ ਨੇ ਅਤੇ ਪੰਚਕੂਈਆਂ ਰੋਡ ਨੂੰ ਸਾਫ਼ ਕਰਨਾ ਹੈ। ਅਤੇ ਕਿਉਂਕਿ ਨਵੀਂ ਪਾਲਿਕਾ ਬਾਜ਼ਾਰ ਬਣੀ ਸੀ, ਅਤੇ ਉਹ ਕਹਿੰਦੇ ਨੇ ਉੱਥੇ ਕੌਣ ਜਾਏਗਾ, ਅੰਡਰਗਰਾਊਂਡ ਬੇਸਮੈਂਟ ਵਿੱਚ ਹੈਗਾ, ਨਾਲ ਜੋ ਕਿਰਾਏ ਦੱਸਦੇ ਨੇ, ਨਾਲ ਜੋ ਕਹਿੰਦੇ ਨੇ। ਉਹ ਭਲਾ ਜ਼ਮਾਨਾ ਸੀ, ਏਅਰ ਕੰਡੀਸ਼ਨ ਮਾਰਕੀਟ ਕਹਿੰਦੇ ਨੇ ਬਣਾ ਦਿੱਤੀ ਉਸ ਟਾਈਮ, ਅਤੇ ਕਹਿੰਦੇ ਨੇ ਇਤਨੇ ਖਰਚੇ ਕਿੱਧਰੋਂ ਬਰਦਾਸ਼ਤ ਕਰਾਂਗੇ, ਇੱਥੇ ਤਾਂ ਰੋਟੀ ਮਿਲ ਰਹੀ ਹੈ। ਅਤੇ ਗੌਰਮੈਂਟ ਨੇ ਕਿਹਾ ਜੀ ਇਹ ਮਾਰਕੀਟ ਢਾਹ ਦੇਣੀ ਹੈ ਸਾਰੀ, ਅਤੇ ਇਹ ਢਹਿਣੀ ਸ਼ੁਰੂ ਹੋ ਗਈ। ਇਹ ਕੋਨੇ ਤੋਂ ਸ਼ੁਰੂ ਹੋਏ, ਇਹਨਾਂ ਦੀ ਆ ਕੇ ਵਿਚਕਾਰ ਦੁਕਾਨ ਪੈਂਦੀ ਸੀ। ਇੱਕ ਦਿਨ ਤਾਂ ਬੀਤ ਗਿਆ, ਘਰ ਦੋਨੋਂ ਭਰਾ ਬੈਠੇ ਨੇ ਅਤੇ ਪਰੇਸ਼ਾਨ ਨੇ, ਕਹਿੰਦੇ ਨੇ ਕੀ ਕਰੀਏ, ਰੋਟੀ ਚਲੀ ਗਈ, ਉਜੜ ਕੇ ਆਏ ਸਾਂ, ਮਸਾਂ ਰੋਟੀ ਜੋਗਾ ਗੁਰੂ ਮਹਾਰਾਜ ਨੇ ਕੀਤਾ ਸੀ, ਜ਼ਰੀਆ ਬਣਿਆ ਸੀ, ਰਸੀਲਾ ਬਣਾਇਆ ਸੀ, ਰੋਟੀ ਖਾਣੀ ਮਿਲਣੀ ਸ਼ੁਰੂ ਹੋ ਗਈ ਸੀ। ਜਿਹੜੇ ਪਾਰਟੀਸ਼ਨ ਵਿੱਚ ਆਏ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਕਿ ਪਹਿਲੇ 20 ਸਾਲ ਕਿਸ ਤਰ੍ਹਾਂ ਔਖੇ ਗੁਜ਼ਰੇ, 15-20 ਸਾਲ। ਉਹ ਕਹਿਣ ਲੱਗੇ ਅਸੀਂ ਘਰੋਂ ਨਿਕਲ ਆਏ, ਕਹਿੰਦੇ ਕੁਝ ਪਤਾ ਨਹੀਂ, ਨਾ ਘਰ ਵਾਲਿਆਂ ਨੂੰ ਦੱਸਿਆ ਬਈ, ਕਹਿੰਦੇ ਜਾ ਰਹੇ ਹਾਂ ਬਸ ਹੁਣ। ਜਿੰਝ ਕਹਿੰਦਾ ਘਰੋਂ ਦੌੜ ਜਾਓ ਪਰਿਵਾਰ ਨੂੰ ਛੋੜ ਕੇ। ਜਦੋਂ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਨਹੀਂ ਸਾਡੇ ਕੋਲ ਹੈ, ਪਰਿਵਾਰ ਛੋੜ ਕੇ ਦੌੜ ਜਾ। ਕਹਿੰਦੇ ਦੌੜ ਕੇ ਪਹੁੰਚ ਗਏ ਬੱਸ ਅੱਡੇ 'ਤੇ। ਕਹਿੰਦੇ ਕਿੱਥੇ ਜਾਣਾ? ਕਹਿੰਦਾ ਜਿੱਥੇ ਜਿਹੜੀ ਬੱਸ ਮਿਲ ਗਈ ਉਹਦੇ 'ਚ ਬਹਿ ਜਾਵਾਂਗੇ ਅਤੇ ਦੌੜ ਕੇ ਨਿਕਲ ਜਾਵਾਂਗੇ, ਜਿੱਥੇ ਵੀ ਜਾਵਾਂਗੇ, ਜਿੱਥੇ ਗੁਰੂ ਮਹਾਰਾਜ ਲੈ ਜਾਏਗਾ, ਜਿਹੜੇ ਸ਼ਹਿਰ ਲੈ ਜਾਏਗਾ, ਜਿੱਥੇ ਲੈ ਜਾਏਗਾ ਉੱਥੇ। ਕਹਿੰਦੇ ਹੁਣ ਪਹੁੰਚਿਆ ਜਦੋਂ ਬੱਸ ਅੱਡੇ 'ਤੇ ਆਵਾਜ਼ਾਂ ਲੱਗ ਰਹੀਆਂ ਨਾ, ਤਾਂ
ਆਵਾਜ਼ਾਂ ਲੱਗਦੀਆਂ ਸਨ। ਪੁਰਾਣਾ ਅੱਡਾ ਅਗਰ ਯਾਦ ਕਰੀਏ, ਹਾਪੜ 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 ਹਾਪੜ, ਕਹਿੰਦੇ ਨੇ ਆਵਾਜ਼ਾਂ ਲੱਗ ਰਹੀਆਂ ਨੇ। ਉਹ ਕਹਿੰਦਾ ਹਾਪੜ ਹਾਪੜ ਆਵਾਜ਼ਾਂ ਲੱਗ ਰਹੀਆਂ, ਕਹਿੰਦਾ ਇਹ ਮਾਲਕ ਨੇ ਬੁਲਾ ਲਿੱਤਾ। ਬੱਸ 'ਚ ਬੈਠ ਗਏ, ਬੱਸ 'ਚ ਬੈਠ ਗਏ, ਹਾਪੜ ਪਹੁੰਚ ਗਏ। ਹਾਪੜ ਪਹੁੰਚ ਕੇ ਬਤਰਾ ਜੀ ਨੂੰ ਮਿਲੇ, ਵੱਡੇ ਫਕੀਰ ਚੰਦ ਬਤਰਾ ਜੀ ਨੂੰ। ਚਾਬੀ ਉਹਨਾਂ ਕੋਲ ਹੁੰਦੀ ਸੀ। ਉਹਨਾਂ ਨੇ ਕਿਹਾ ਚਾਬੀ ਲਓ, ਆਪ ਜੀ ਦਰਵਾਜ਼ਾ ਖੋਲ੍ਹੋ। ਬੜਾ ਸਾਦਗੀ ਦਾ ਟਾਈਮ ਸੀ। ਤੁਸੀਂ ਬਾਬੇ ਡੇਰੇ ਦਾ ਦਰਵਾਜ਼ਾ ਖੋਲ੍ਹੋ। ਜਦੋਂ ਪਹੁੰਚੇ ਤਾਂ ਮੈਂ ਪਿੱਛੇ ਆਉਣਾ ਤੁਹਾਡੇ। ਕਹਿੰਦਾ ਉੱਥੇ ਬੈਠੇ ਆਰਾਮ ਨਾਲ, ਕਹਿੰਦੇ ਉੱਥੇ ਬੈਠੇ। ਕਹਿੰਦੇ ਸਤਿਗੁਰੂ ਜੀ ਆਪ ਜੀ ਕਿਤੇ ਚਰਨਾਂ 'ਚ ਪੁੱਜ ਗਏ ਆ, ਪਤਾ ਨਹੀਂ ਕੱਲ੍ਹ ਸਵੇਰੇ ਕੀ ਹੋਣਾ, रोजी रोटी नहीं रहनी। और आपने बुला लेता, पुकार रहे हो ਸਾਨੂੰ ਤਾਂ ਇੰਝ ਲੱਗਿਆ ਜਿਸ ਤਰ੍ਹਾਂ ਆਵਾਜ਼ਾਂ ਆਪ ਜੀ ਦੇ ਰਹੇ ਹੋ ਸਾਨੂੰ, ਹੋ ਕੇ ਆਪ ਜੀ ਦੇ ਰਹੇ ਹੋ। ਆਪੜ 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 ਆਪ ਦੇ ਚਰਨਾਂ 'ਚ ਪਹੁੰਚ ਗਿਆ। ਅਰਦਾਸਾਂ ਬੇਨਤੀਆਂ ਜੋਦਣੀਆਂ ਇਹੀ ਨੇ ਕਿ ਆਪ ਜੀ ਬਸ ਕਿਰਪਾ ਕਰ ਦਿਓ। ਜੇ ਰੋਜ਼ੀਆਂ ਰੋਟੀਆਂ ਤੋਂ ਨਾ ਹੋਵੇ, ਪਰਿਵਾਰ ਵੀ ਨਾ ਅੱਗੇ ਪਿੱਛੇ ਹੋਵੇ, ਤੇ ਅਸੀਂ ਪਰਿਵਾਰ ਵੀ ਸਾਡਾ ਬਣਿਆ ਰਹੇ। ਉਸ ਟਾਈਮ ਕਹਿੰਦਾ ਅਰਦਾਸ ਕੀਤੀ। ਕਹਿੰਦਾ ਮਨ ਨੂੰ ਬੜੀ ਅਰਦਾਸ ਕੀਤੀ। ਬਤਰਾ ਜੀ ਵੀ ਆ ਗਏ, ਉਹਨਾਂ ਅਰਦਾਸ ਕੀਤੀ। ਮਨ ਨੂੰ ਬੜੀ ਤਰਾਸ ਪਹੁੰਚੀ, ਸ਼ਾਂਤੀ ਮਿਲੀ ਕਿ ਸੱਚੇ ਪਾਤਸ਼ਾਹ ਨੇ ਆਪ ਬੁਲਾਇਆ। ਤੇ ਇੱਕ ਵਾਰ ਫਿਰ ਘਰ ਵਾਪਸ। ਕਹਿੰਦੇ ਕੀ ਹੋਇਆ? ਕਹਿੰਦਾ ਪਤਾ ਨਹੀਂ ਕੀ ਹੋਇਆ, ਗੱਲ ਨਹੀਂ ਕੀਤੀ ਘਰ ਵਾਲਿਆਂ ਨਾਲ। ਜਾ ਕੇ ਬਸ ਉਸੇ ਤਰ੍ਹਾਂ ਹੀ ਕਹਿੰਦੇ ਵਿਸ਼ਰਾਮ ਵਿੱਚ ਹੋ ਗਏ। ਕਹਿੰਦੇ ਵੇਖੀ ਜਾਏਗੀ ਹੁਣ ਜੋ ਗੁਰੂ ਮਹਾਰਾਜ ਨੂੰ ਮਨਜ਼ੂਰ ਹੋਏਗਾ। ਕਹਿੰਦੇ ਸਵੇਰੇ ਪਤਾ ਚੱਲਿਆ ਜੀ ਕਿ ਕੁਝ ਗੁਰੂ ਮਹਾਰਾਜ ਨੇ ਐਸੀ ਖੇਡ ਰਚੀ। ਕਹਿਣ ਲੱਗੇ ਦੁਕਾਨਾਂ ਜਿਹੜੀਆਂ ਟੁੱਟ ਗਈਆਂ, ਅੱਗੇ ਦੁਕਾਨਾਂ ਹੁਣ ਨਹੀਂ ਟੁੱਟਣਗੀਆਂ। ਕਹਿੰਦੇ ਸਾਡੇ ਤੋਂ 2 ਦੁਕਾਨਾਂ ਪਹਿਲੇ ਤੱਕ ਤਾਂ ਸਾਰੀਆਂ ਟੁੱਟ ਗਈਆਂ ਸਨ। 2-3 ਦੁਕਾਨਾਂ ਸਾਡੇ ਅੱਗੇ ਤੱਕ ਰਹਿੰਦੀਆਂ ਸਨ, ਅਤੇ ਵਿਚਕਾਰ ਕਹਿੰਦੇ ਉੱਥੇ ਹੀ ਰੁਕ ਗਈਆਂ। ਅਗਲੇ ਦਿਨ ਜਦੋਂ ਸਵੇਰੇ ਪਹੁੰਚੇ, ਕਹਿਣ ਲੱਗੇ ਵੀ ਖਬਰ ਲਈਏ ਥੋੜ੍ਹੀ ਜਿਹੀ, ਅਤੇ ਕਹਿਣ ਲੱਗੇ ਜੀ ਹੁਣ ਕੋਈ ਨਹੀਂ ਆਏਗਾ, ਦੁਕਾਨਾਂ ਨਹੀਂ ਟੁੱਟਣਗੀਆਂ। ਅਤੇ ਨਾਲ ਹੀ ਫਿਰ ਇਹ ਅਨਾਊਂਸ ਹੋ ਗਿਆ ਕਿ ਇਹ ਦੁਕਾਨਾਂ ਵੀ ਤੁਹਾਡੇ ਕੋਲ ਰਹਿਣਗੀਆਂ, ਅਤੇ ਤੁਹਾਡੀਆਂ ਪਰਚੀਆਂ ਵੀ ਕੱਟੀਆਂ ਗਈਆਂ, ਤੁਹਾਨੂੰ ਦੁਕਾਨਾਂ ਵੀ ਪਾਲਿਕਾ ਬਾਜ਼ਾਰ ਵਿੱਚ ਮਿਲਣਗੀਆਂ। ਅਤੇ ਫਿਰ ਉਹਨਾਂ ਨੂੰ ਦੁਕਾਨਾਂ ਇੱਕ ਦੀਆਂ ਗੁਰੂ ਮਹਾਰਾਜ ਨੇ ਉਹ ਵੀ ਬਚਾ ਦਿੱਤੀਆਂ, ਅਤੇ ਪਾਲਿਕਾ ਬਾਜ਼ਾਰ ਵਿੱਚ ਵੀ ਦੁਕਾਨ ਉਹਨਾਂ ਨੂੰ ਮਿਲੀ। ਪਾਲਿਕਾ ਬਾਜ਼ਾਰ ਵਿੱਚ ਵੀ ਮਿਲੀ ਦੁਕਾਨ, ਜਿਹੜੀ ਉਹਨਾਂ ਨੇ ਰੱਖੀ ਬਾਅਦ ਵਿੱਚ ਨਹੀਂ ਰੱਖੀ, ਬੱਚਿਆਂ ਨੇ ਅੱਗੋਂ ਪਰਿਵਾਰ ਨੇ ਨਹੀਂ ਸੰਭਾਲੀ। ਲੇਕਿਨ ਗੁਰੂ ਦੀ ਬਖਸ਼ਿਸ਼ ਹੋਈ ਕਿ ਇਹ ਸਾਖਸ਼ਾਤ ਚੀਜ਼ਾਂ ਆਪਣੀਆਂ ਅੱਖਾਂ ਨਾਲ ਉਹਨੇ ਆ ਕੇ ਸੁਣਾਉਂਦੇ ਸਨ। ਕਿਉਂਕਿ ਸਤਿਗੁਰਾਂ ਦੇ ਦਰਸ਼ਨ, ਜਿਹੜੀ ਆਪ ਜੀ ਸਾਖੀ ਸੁਣੀ ਹੈ ਇਸ ਪਰਿਵਾਰ ਦੀ, ਕਿ ਕਹਿੰਦੇ ਮੈਂ ਗਿਆ ਪੰਜਾ ਸਾਹਿਬ ਤੋਂ ਕੜਾ ਪ੍ਰਸ਼ਾਦ, ਇਹ ਉਹ ਪਰਿਵਾਰ ਹੈ। ਕਿਉਂਕਿ ਸਤਿਗੁਰਾਂ ਨੇ ਮੱਤ ਦੇ ਦਿੱਤੀ ਸੀ ਨਾ, ਇਹ ਉਹ ਪਰਿਵਾਰ ਹੈ ਜਿਹੜਾ ਆਪ ਜੀ ਨੇ ਸੁਣਿਆ। ਅਤੇ ਇਹ ਬਰਕਤਾਂ ਜਿਹੜੀਆਂ ਬਣੀਆਂ ਸੱਚੇ ਪਾਤਸ਼ਾਹ ਦੀਆਂ, ਅੱਜ ਦੇ ਦਿਨ ਉਸ ਮਾਲਕ ਦੀਆਂ ਰਹਿਮਤਾਂ, ਕਿ ਉਹ ਕੀ ਨਹੀਂ ਕਰ ਸਕਦਾ। ਸਾਡੇ ਸੋਚਣੇ ਵਿੱਚ ਢਿੱਲ ਲੱਗ ਸਕਦੀ ਹੈ। ਅਸੀਂ ਕਹਿੰਦੇ ਨਾ ਸਿਰਫ ਬਸ ਇੱਕੋ ਗੱਲ ਦਾ ਸਿਰਫ ਧਿਆਨ ਰੱਖੀਏ, ਇੱਕੋ ਗੱਲ ਨਿਚੋੜ ਜਾਂਦੀ ਹੈ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਬਸ ਆਪਣੇ ਪ੍ਰਭੂ ਦੀ ਸ਼ਰਨ 'ਚ ਆ ਜਾਓ ਔਰ ਉਸ 'ਤੇ ਭਰੋਸਾ। ਅਗਰ ਇਹ ਚੀਜ਼ਾਂ ਸਾਡੀ ਝੋਲੀ 'ਚ ਪੈ ਗਈਆਂ, ਔਰ ਇਸ 'ਤੇ ਸਾਨੂੰ ਫਿਰ ਗੱਲ ਆ ਜਾਂਦੀ ਹੈ ਕਿ ਯਕੀਨ ਦੀ, ਭਰੋਸਾ ਸਾਡਾ ਉਸ ਮਾਲਕ ਦੇ ਚਰਨਾਂ 'ਤੇ ਬਣ ਗਿਆ, ਤਾਂ ਸਮਝੋ ਸਾਡਾ ਕੰਮ ਬਣ ਗਿਆ। ਔਰ ਐਤਕੀ ਕੁਝ ਦੇਖ ਲਓ, ਸਾਰੇ ਟੌਪਿਕ ਕੋਈ ਜਿਤਨੇ ਰਾਗੀ ਆਉਂਦੇ ਨੇ, ਕਿਸੇ ਨੂੰ ਕੋਈ, ਸਭ ਆਪਣੀਆਂ ਲੈ ਕੇ ਆ ਰਹੇ ਨੇ, ਲੇਕਿਨ ਸਭ ਦਾ ਕੀਰਤਨ ਤਾਂ ਇਹੀ ਹੈ, ਸਭ ਕਿ ਭਰੋਸਾ ਭਰੋਸਾ ਭਰੋਸਾ। ਭਰੋਸੇ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਨੇ। ਬਸ ਇਹ ਗੱਲ ਇੱਕ
गंढ बंद के अपने कोल रख लो। ये नहीं कि मैं मुझे बहुत यकीन है, मैनू बहुत भरोसा है, इस तरह नहीं होता, ये नहीं होता। सुखमनी साहब दी तुकां पढ़ते हो ना, मन बेचे सतगुर के पास, तो फिर अगली तो कारज रास। ये तो वेचना पैंदा अपने आप को, मालक के चरणों नाल जोड़ना पैंदा, समर्पित करना पैंदा, फिर काम नहीं रुकते, फिर उस परमेश्वर ने काम करने ने। उन्होंने सतगुरु आखो, परमेश्वर आखो, रब आखो, कोई फर्क नहीं। गुरु कोलों यही बख्शिशां लैनियां, सच्चे पातशाह आप किरपा करो जे भैड़ी मत ना आवे, भैड़ी मत ना आवे, आप दे चरणों नाल जोड़े रहिए, बस यही बख्शिशां मंगनियां। तो इत्थे ही संकोच करांगे, घड़ी बहुत अगे निकल गई है, गुरु किरपा करे। तेरे चरना दा होर सबे टाइयां तेरियां, होर सबे टाइयां तेरियां, होर सबे टाइयां तेरियां, होर सबे टाइयां तेरियां। एक रखिया भरोसा, एक रखिया भरोसा तेरे चरना दा होर सबे टाइयां तेरियां। एक रखिया भरोसा तेरे चरना दा होर सबे टाइयां तेरियां। कोई कम नहीं आंदा, ना मित्र ना सखा ना प्रात ना कर, एक सतगुर ही कम आंदा है। उस बच्चे ने 4 टेरियां बनाइयां सी ना, ते अखीरली टेरी उन्हें अपने सतगुरां दी, जिन्हां ने हमेशा कहा सी बच्चिया तैन भाग लगन ते इको भरोसे वालियां दे बेड़े पालन। ते उस बच्चे ने भी फिर यही किया सी, एक रखिया भरोसा तेरिया चरना दा होर सबे टाइयां तेरियां। एक रखिया भरोसा तेरिया चरना दा होर सबे टाइयां तेरियां, 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 होर सबे टाइयां तेरियां। एक रखिया भरोसा तेरिया चरना दा होर सबे टाइयां तेरियां। ऐसा भी सतगुरां ते भरोसा रखना है जो सतगुरु जी कह रहे हैं। बस धन धन सतगुरु सेवा राम साहेब आप जी की सदा ही जय।